प्रभु की उस्तत करो संत मीत, सावधान एकाग्र चेत। कामना मन ਨੂੰ ਨਾਮ ਨਾਲ ਨਹੀਂ ਜੁੜਨ ਦੇਗੀ, ਕਾਮਨਾ ਮਨ ਨੂੰ ਕੀਰਤਨ ਨਾਲ ਨਹੀਂ ਜੁੜਨ ਦੇਗੀ, ਕਾਮਨਾ ਮਨ ਨੂੰ ਜਪ ਨਾਲ ਨਹੀਂ ਜੁੜਨ ਦੇਗੀ। ਕਮ ਸੇ ਕਮ 24 ਘੰਟਿਆਂ 'ਚ ਮਨੁੱਖ ਅੱਧਾ ਘੰਟਾ ਵੀ ਅਭਿਆਸ ਕਰੇ, ਕੱਲ ਤੋਂ ਸੰਕਲਪ ਕਰੇ ਕਿ ਜਿਸ ਸਮੇਂ ਮੈਂ ਨਿਤਨੇਮ ਕਰਨਾ ਮੈਂ ਕਾਮਨਾ ਨੂੰ ਨੇੜੇ ਆਣ ਹੀ ਨਹੀਂ ਦੇਣਾ, ਉਸ ਸਮੇਂ ਤੇ ਨਹੀਂ ਆਣ ਦੇਣਾ। ਰੋਜ਼ ਰੋਜ਼ ਮਨੁੱਖ ਆਪਣੀ ਕਾਮਨਾਵਾਂ ਤੋਂ ਹਾਰਦਾ ਹੈ, ਰੋਜ਼ ਹਾਰ ਹੁੰਦੀ ਹੈ। ਔਰ ਨਿਰਾਸ਼ ਹੋ ਕੇ ਫਿਰ ਮਨੁੱਖ ਸੰਕਲਪ ਕਰਨਾ ਹੀ ਛੱਡ ਦਿੰਦਾ, ਠੀਕ ਹੈ ਕਾਮਨਾ ਕਰਕੇ ਹੀ ਜਪਾਂਗੇ, ਕਾਮਨਾ ਕਰਕੇ ਹੀ ਕਰਾਂ। ਹਰ ਮਨੁੱਖ ਆਪਣੀ ਵਾਸ਼ਨਾ ਦੇ ਹੱਥੋਂ ਹਾਰਿਆ ਹੋਇਆ ਹੈ, ਹਰ ਮਨੁੱਖ ਆਪਣੀ ਕਾਮਨਾਵਾਂ ਦੇ ਹੱਥੋਂ ਹਾਰਿਆ ਹੋਇਆ ਹੈ। ਕਾਮਨਾਵਾਂ ਕੀਰਤਨ ਕਥਾ ਜਪ ਨਾਲ ਜੁੜਨ ਨਹੀਂ ਦਿੰਦੀਆਂ, ਕਾਮਨਾਵਾਂ ਕਈ ਦਫਾ ਮੰਦਿਰ ਮਸਜਿਦ ਗੁਰਦੁਆਰੇ ਆਣ ਨਹੀਂ ਦਿੰਦੀਆਂ, ਕੁਝ ਵੀ ਨਹੀਂ ਕਰਨ ਦਿੰਦੀਆਂ। ਕਾਮਨਾਵਾਂ ਮੰਦਰ ਮਸਜਿਦ ਆਉਣ ਤੋਂ ਰੋਕ ਦੇਣਗੀਆਂ ਤੇ ਜੇ ਬੰਦਾ ਆ ਗਿਆ, ਥੋੜਾ ਜਿਹਾ ਸੰਕਲਪ ਉਸਦਾ ਪ੍ਰਬਲ ਹੈ, ਆ ਗਿਆ ਤੇ ਕਾਮਨਾ ਕਹੇਗੀ ਆਪਾਂ ਵੀ ਤੇਰੇ ਨਾਲ ਹੀ ਬੈਠਣਾ, ਕਿੱਥੇ ਜਾਣਾ ਹੈ, ਜਾ ਗੁਰਦੁਆਰੇ, ਮੈਂ ਤੈਨੂੰ ਬਾਜ਼ਾਰ ਹੀ ਲੈ ਜਾਵਾਂਗੀ। ਕਾਮਨਾ ਫਿਰ ਮਨ ਨੂੰ ਲਈ ਫਿਰਦੀ ਹੈ। ਕਾਹੂੰ ਫਲ ਕੀ ਇੱਛਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗ ਰਾਛੇ। ਸਮਾਜ ਰੋਜ਼ ਰੋਜ਼ ਸਾਰੀ ਦੁਨੀਆ ਦਾ ਬੁਰਾ ਹੁੰਦਾ ਜਾ ਰਿਹਾ ਹੈ। ਕਿਉਂ? ਹਰ ਬੁਰੇ ਕਰਮ ਦੇ ਵਿੱਚ ਮਨ ਪੂਰਾ ਹੁੰਦਾ ਹੈ, ਹਰ ਬੁਰੇ ਕਰਮ ਦੀ ਸਾਵਧਾਨੀ ਹੁੰਦੀ ਹੈ, ਹਰ ਬੁਰੇ ਕਰਮ ਦੇ ਵਿੱਚ ਇਕਾਗਰਤਾ ਹੁੰਦੀ ਹੈ। ਕਿਉਂ? ਖਤਰਾ ਕਾਨੂੰਨ ਦਾ, ਖਤਰਾ ਸਮਾਜ ਦਾ, ਪਕੜੇ ਜਾਵਾਂਗੇ। ਉਹਦੇ ਸੰਸਕਾਰ ਬਣ ਜਾਂਦੇ ਨੇ। ਹਰ ਬੁਰਾ ਕਰਮ ਮਨ ਦਾ ਹਿੱਸਾ ਬਣ ਜਾਂਦਾ ਹੈ। ਮਨ ਜਿਸ ਕਰਮ ਵਿੱਚ ਹੋਵੇ ਉਹੀ ਕਰਮ ਮਨ ਵਿੱਚ ਲਿਖਿਆ ਜਾਂਦਾ, ਦੂਜਾ ਨਹੀਂ। ਜਿਹੜਾ ਭੋਜਨ ਮੈਂ ਖਾ ਲਿਆ, ਮੇਰੇ ਕੰਠ ਤੋਂ ਥੱਲੇ ਗਿਆ, ਮੈਂ ਪ੍ਰਵਾਨਦੇ ਹਾਂ, ਉਹੀ ਮੇਰੇ ਤਨ ਦਾ ਹਿੱਸਾ ਬਣਦਾ, ਦੂਜਾ ਨਹੀਂ। ਥਾਲੀ 'ਚ ਪਿਆ ਮੇਰੇ ਸਾਹਮਣੇ, ਸਾਰਾ ਦਿਨ ਪਿਆ ਰਵੇ, ਇਹ ਮੇਰੇ ਸਰੀਰ ਦਾ ਹਿੱਸਾ ਨਹੀਂ ਬਣੇਗਾ। ਇਹ ਭੋਜਨ ਕੁਛ ਮਾਤਰਾ ਦੇ ਵਿੱਚ ਮੇਰੇ ਸਰੀਰ ਦਾ ਹਿੱਸਾ ਉਦੋਂ ਬਣੇਗਾ ਜਦ ਮੈਂ ਖਾ ਲਵਾਂ, ਤੇ ਇਹਦੀ ਜਿਹੜੀ ਮਾਤਰਾ ਸਰੀਰ ਦੇ ਵਿੱਚ ਰਹਿ ਜਾਏਗੀ ਉਹੀ ਖੂਨ ਹੈ, ਉਹੀ ਮਾਸ ਹੈ, ਉਹੀ ਹੱਡੀਆਂ ਨੇ, ਉਹੀ ਚਰਬੀ ਹੈ। ਜਿਸ ਕਰਮ ਦੇ ਵਿੱਚ ਮੇਰਾ ਮਨ ਹੈ ਉਹੀ ਕਰਮ ਮੇਰੇ ਮਨ ਦੇ ਵਿੱਚ ਲਿਖਿਆ ਜਾਏਗਾ, ਉਹਨੂੰ ਸੰਸਕਾਰ ਕਹਿੰਦੇ ਨੇ। ਔਰ ਜਿਹੜਾ ਕਰਮ ਮਨ ਕਰਕੇ ਪੂਰਾ ਕੀਤਾ ਹੈ ਉਹ ਫਿਰ ਵਿਚਾਰਾਂ 'ਚ ਚਲੇਗਾ, ਕਿਉਂਕਿ ਮਨ ਨਾਲ ਕੀਤਾ ਹੈ, ਪੂਰੀ ਇਕਾਗਰਤਾ ਨਾਲ ਕੀਤਾ ਹੈ। ਇਹ ਜਿਹੜੇ ਵਿਚਾਰ ਨੇ ਇਹਨੂੰ ਹੀ ਕਹਿੰਦੇ ਨੇ ਮੱਥੇ ਦੇ ਲੇਖ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੜੇ ਕੀਮਤੀ ਬੋਲ, ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਇਹ ਆਣਾ। ਬੜੀਆਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ, ਬੜੀਆਂ ਬੜੀਆਂ ਪੋਥੀਆਂ ਪੜ੍ਹ ਲੈਂਦੀਆਂ, ਬੜੀ ਵਿਦਿਆ ਹਾਸਲ ਕੀਤੀ ਹੈ, ਬੜੀਆਂ ਬੜੀਆਂ ਡਿਗਰੀਆਂ ਨੇ, ਇਹਦੇ ਕੋਲ ਬੜੇ ਬੜੇ ਪ੍ਰਮਾਣ ਪੱਤਰ ਨੇ, ਪਰ ਸਾਹਿਬ ਕਹਿੰਦੇ ਮੂੜ ਦਾ ਮੂਰ ਹੈ, ਸਿਰ ਦੇ ਲੇਖ ਤੇ ਪੜ੍ਹ ਹੀ ਨਹੀਂ ਸਕਦਾ। ਬਥੇਰੀਆਂ ਕਿਤਾਬਾਂ ਪੜ੍ਹ ਲੈਂਦਾ, ਸਿਰ ਦੇ ਲੇਖ ਪੜ੍ਹਨੇ ਨਹੀਂ ਆਉਂਦੇ ਨੂੰ। ਕਾਇਆ ਕਾਗਦ ਮਨ ਪਰਵਾਣਾ, ਮਨ ਪ੍ਰਵਾਣਾ ਲਿਖਿਆ ਹੋਇਆ ਲੇਖ ਹੈ, ਮਨ ਨੂੰ ਪੜ੍ਹਨਾ ਨਹੀਂ ਆਉਂਦਾ। ਇਹ ਸਿਰ ਦੇ ਲੇਖਾਂ ਨੂੰ ਪੜ੍ਹਨਾ ਨਹੀਂ ਆਉਂਦਾ ਜੋ ਸਿਰ ਦੇ 'ਚ ਵਿਚਾਰ ਚੱਲਦੇ ਰਹਿੰਦੇ ਨੇ, ਸੋਚਣੀ ਚੱਲਦੀ ਰਹਿੰਦੀ ਹੈ, ਯਾਦਾਂ ਚੱਲਦੀਆਂ ਰਹਿੰਦੀਆਂ ਨੇ। ਅਗਰ ਯਾਦਾਂ ਬੁਰੀਆਂ ਚੱਲਦੀਆਂ ਪਈਆਂ ਨੇ, ਲੇਖ ਬੁਰੇ ਲਿਖੇ, ਵਿਚਾਰ ਗਲਤ ਚੱਲ ਰਹੇ ਨੇ, ਲੇਖ ਗਲਤ ਲਿਖੇ ਗਏ ਨੇ। ਸੋਚਣੀ ਗਲਤ ਚੱਲ ਰਹੀ ਹੈ, ਲੇਖ ਗਲਤ ਲਿਖੇ ਗਏ ਨੇ। ਮਹਾਰਾਜ ਕਹਿੰਦੇ ਕੋਈ ਪੜ੍ਹਦਾ ਹੀ ਨਹੀਂ, ਚੱਲਦੇ ਪਏ ਨੇ, ਲਿਖੇ ਜਾ ਰਹੇ ਨੇ ਔਰ ਅੰਦਰ ਚੱਲਦੇ ਪਏ ਨੇ। ਖਾਧਾ ਹੋਇਆ ਭੋਜਨ ਅੰਦਰ ਖੂਨ ਦੇ ਰਾਹੀਂ ਚੱਲਦਾ ਹੈ, ਮਨ ਦੇ ਤਲ ਤੇ ਕੀਤਾ ਹੋਇਆ ਪੂਰਾ ਕਰਮ ਵਿਚਾਰਾਂ ਦੇ ਚੱਲਦਾ ਰਹਿੰਦਾ ਹੈ, ਚੱਲਦਾ ਰਹਿੰਦਾ ਹੈ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਇਆਣਾ। ਧਾਰਮਿਕ ਵਿਦਵਾਨ ਅਨੁਭਵੀ ਪੁਰਸ਼ ਕਹਿ ਰਹੇ ਨੇ
ਸਾਰੀ ਦੁਨੀਆ ਦਾ ਸਮਾਜਿਕ ਢਾਂਚਾ ਰੋਜ਼ ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ। ਹਰ ਰੋਜ਼ ਔਸਤਨ ਬੁਰਾਈ ਵੱਧਦੀ ਜਾ ਰਹੀ ਹੈ ਸਾਰੇ ਸੰਸਾਰ ਦੇ ਵਿੱਚ, ਔਰ ਹਰ ਰੋਜ਼ ਔਸਤਨ ਭਲਾਈ ਘਟਦੀ ਜਾ ਰਹੀ ਹੈ ਸਾਰੇ ਸੰਸਾਰ ਦੇ ਵਿੱਚ। ਕਿਉਂ? ਹਰ ਬੁਰੇ ਕਰਮ ਦੇ ਵਿੱਚ ਮਨ ਦੀ ਇਕਾਗਰਤਾ ਹੈ। ਹਰ ਬੁਰੇ ਕਰਮ ਦੇ ਵਿੱਚ ਮਨੁੱਖ ਸਾਵਧਾਨ ਹੈ। ਬੇਈਮਾਨੀ ਦੇ ਵਿੱਚ ਬੜਾ ਸਾਵਧਾਨ ਹੈ। ਅਗਰ ਸਾਵਧਾਨ ਨਹੀਂ ਤਾਂ ਇਹਦੀ ਬੇਈਮਾਨੀ ਪਕੜੀ ਜਾਏਗੀ। ਹਰ ਗਲਤ ਕਰਮ ਦੇ ਵਿੱਚ ਇਹ ਪੂਰਾ ਸਾਵਧਾਨ ਹੈ, ਇਕਾਗਰ ਹੈ। ਅਗਰ ਇਕਾਗਰ ਨਹੀਂ, ਸਾਵਧਾਨ ਨਹੀਂ ਹੈ ਤਾਂ ਪਕੜਿਆ ਜਾਏਗਾ, ਦੂਜੇ ਦੀ ਪਕੜ ਦੇ ਚ ਆ ਜਾਏਗਾ। ਹਰ ਬੁਰੇ ਕਰਮ ਨੂੰ ਸਮਾਜ ਤੇ ਕਾਨੂੰਨ ਦੀ ਨਿਗਾਹ ਤੋਂ ਬਚਾ ਕੇ ਕਰਨਾ ਪੈਂਦਾ ਹੈ। ਸ਼ੁਭ ਕਰਮ ਦੇ ਉੱਤੇ ਕੋਈ ਪਰਦਾ ਪਾਉਣ ਦੀ ਲੋੜ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿਵੇਂ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ, ਗੰਦਗੀ ਨੂੰ ਢੱਕਣਾ ਪੈਂਦਾ ਹੈ। ਗੰਦਗੀ ਨੂੰ ਖੁੱਲਾ ਨਹੀਂ ਰੱਖਣਾ ਪੈਂਦਾ, ਢੱਕਣਾ ਪੈਂਦਾ ਹੈ। ਲੇਕਿਨ ਫੁੱਲਾਂ ਨੂੰ ਢੱਕਣ ਦੀ ਲੋੜ ਹੈ। ਕਿਸੇ ਵੀ ਸ਼ੁਭ ਕਰਮ ਨੂੰ ਛੁਪਾਉਣ ਦੀ ਲੋੜ ਹੀ ਨਹੀਂ ਹੈ, ਲੋੜ ਹੀ ਨਹੀਂ ਹੈ। ਸ਼ੁਭ ਕਰਮ ਤੇ ਫੁੱਲਾਂ ਦੀ ਤਰ੍ਹਾਂ, ਉਹਨਾਂ ਦੀ ਤੇ ਮਹਿਕ ਹੈ, ਸੁੰਦਰ ਨੇ, ਬੜਾ ਸੁਹੱਪਣ ਹੈ। ਠੀਕ ਹੈ, ਜ਼ਮੀਨ ਦੇ ਉੱਤੇ ਭਾਵੇਂ ਫੁੱਲ ਵੱਧਦੇ ਜਾ ਰਹੇ ਹੋਣ, ਮਨੁੱਖ ਦੀ ਜੀਵਨ ਦੀ ਧਰਤੀ ਦੇ ਤੇ ਕੰਡੇ ਹੀ ਕੰਡੇ ਵੱਧਦੇ ਜਾ ਰਹੇ ਹਨ, ਫੁੱਲ ਕੋਈ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਹਕੀਕਤ ਹੈ, ਬਹੁਤ ਵੱਡੀ ਸਚਾਈ ਹੈ। ਸਮਾਜ ਸਾਰੀ ਦੁਨੀਆ ਦਾ ਅਨੁਭਵੀ ਪੁਰਸ਼ ਕਹਿੰਦੇ ਨੇ ਔਸਤਨ ਬੁਰਾ ਹੁੰਦਾ ਜਾ ਰਿਹਾ ਹੈ। ਬਾਜ਼ਾਰ ਦੇ ਚ ਬੁਰਾਈ, ਘਰ ਬਾਹਰ ਦੇ ਚ ਬੁਰਾਈ, ਗੁਸਤਾਖੀ ਮਾਫ, ਬਾਰ-ਬਾਰ ਮਾਫੀ ਮੈਂ ਮੰਗ ਰਿਹਾ। ਮੰਦਰ, ਮਸਜਿਦ, ਗੁਰਦੁਆਰਿਆਂ 'ਚ ਬੁਰਾਈ ਲੈ ਜਾਂਦੀਆਂ ਨੇ ਪੱਗਾਂ, ਬਾਜ਼ਾਰ ਦੇ ਚ ਲੈ ਜਾਂਦੀਆਂ ਨੇ ਪੱਗਾਂ ਮੰਦਰ, ਮਸਜਿਦ, ਗੁਰਦੁਆਰਿਆਂ 'ਚ। ਬੁਰੇ ਕਰਮ ਹੁੰਦੇ ਨੇ ਸੰਸਾਰ ਦੇ ਚ, ਬੁਰੇ ਕਰਮ ਤੀਰਥਾਂ ਤੇ ਵੀ ਆਉਂਦੇ ਨੇ, ਮੰਦਰਾਂ 'ਚ ਵੀ ਆਉਂਦੇ ਨੇ। ਸਮੁੱਚਾ ਸੰਸਾਰ ਦਾ ਸਮਾਜਿਕ ਢਾਂਚਾ ਰੋਜ਼-ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ, ਬੁਰਾ ਹੁੰਦਾ ਜਾ ਰਿਹਾ ਹੈ। ਕਿਉਂ? ਬੁਰੇ ਕਰਮ ਦੇ ਵਿੱਚ ਪੂਰੀ ਇਕਾਗਰਤਾ ਹੈ, ਮਨ ਦਾ ਹਿੱਸਾ ਬਣ ਜਾਂਦਾ ਹੈ। ਤੇ ਜਿਹੜਾ ਕਰਮ ਮਨ ਦਾ ਹਿੱਸਾ ਬਣ ਗਿਆ, ਮਨ ਫਿਰ ਪ੍ਰੇਰਦਾ ਉਸ ਕਰਮ ਨੂੰ, ਉਹ ਕਰਨਾ, ਫਿਰ ਕਰਨਾ, ਕਿਉਂਕਿ ਵਿਚਾਰਾਂ 'ਚ ਚੱਲਦਾ ਹੈ, ਸੋਚਣੀ ਚੱਲਦਾ ਹੈ। ਖਾਦਾ ਹੋਇਆ ਭੋਜਨ ਜਿਵੇਂ ਖੂਨ ਦੇ ਚੱਲਦਾ ਹੈ, ਮਨ ਦੇ ਤਲ ਤੇ ਕੀਤਾ ਹੋਇਆ ਕਰਮ ਜਿਹਦੇ 'ਚ ਇਕਾਗਰਤਾ ਹੈ, ਸਾਵਧਾਨੀ ਹੈ, ਉਹ ਮਨ ਦੇ 'ਚ ਬਾਰ-ਬਾਰ ਚੱਲਦਾ ਹੈ, ਯਾਦ ਦੇ ਚੱਲਦਾ ਹੈ, ਵਿਚਾਰਾਂ 'ਚ ਚੱਲਦਾ ਹੈ, ਔਰ ਫਿਰ ਉਸ ਤੋਂ ਮਨੁੱਖ ਪ੍ਰੇਰਿਤ ਹੋ ਕੇ ਫਿਰ ਉਹੀ ਕਰਦਾ ਹੈ। ਇੱਕ ਭੁੱਲ ਇੱਕ ਦਫਾ ਨਹੀਂ ਕਰਦਾ, ਫਿਰ ਬਾਰ-ਬਾਰ ਕਰਦਾ ਹੈ। ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ। ਥੋੜਾ ਜਿਹਾ ਠੀਕ ਹੈ, ਸਤਸੰਗੀ ਹੋਵੇ, ਕਦੀ ਕਦੀ ਗਹਿਰਾ ਜਾਂਦਾ ਹੋਵੇ ਤਾਂ ਪਛਤਾਤਾਪ ਕਰੇਗਾ, ਇਹ ਕੀ ਹੋ ਜਾਂਦਾ ਮੈਥੋਂ, ਇਹ ਕਿਉਂ ਹੋ ਜਾਂਦਾ, ਹੁਣ ਮੈਂ ਨਹੀਂ ਕਰਾਂਗਾ, ਫਿਰ ਕਰਦਾ ਹੈ। ਕਿਉਂ? ਜਦ ਬੁਰਾ ਕਰਮ ਕਰਦਾ ਉਹਦੇ 'ਚ ਪੂਰੀ ਇਕਾਗਰਤਾ ਹੈ, ਜਦ ਬਾਣੀ ਪੜ੍ਹਦਾ ਉਹਦੇ 'ਚ ਇਕਾਗਰਤਾ ਹੈ ਹੀ ਨਹੀਂ, ਜਦ ਵਾਹਿਗੁਰੂ ਵਾਹਿਗੁਰੂ ਜਪਦਾ ਉਹਦੇ 'ਚ ਇਕਾਗਰਤਾ ਹੈ ਹੀ ਨਹੀਂ। ਤਾਂ ਉਹ ਸ਼ੁਭ ਕਰਮ, ਉਹ ਗੁਰਬਾਣੀ ਮਨ ਦਾ ਹਿੱਸਾ ਹੀ ਨਹੀਂ ਬਣਦੀ। ਕਹਿੰਦਾ ਮੈਂ ਅੱਜ 2 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਪਰ ਗੁਰਬਾਣੀ ਤੇ ਇਹ ਕਹਿੰਦੀ ਹੈ, ਸੁਖਮਨੀ ਸਾਹਿਬ ਤੇ ਇਹ ਕਹਿੰਦੀ ਹੈ, ਕਿਨ ਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਕੀਤੇ ਹੋਣਗੇ ਤੂੰ 2 ਪਾਠ, ਅੰਦਰ ਤੇ ਤੇਰੇ ਕਿਣਕਾ ਮਾਤਰ ਵੀ ਕੋਈ ਨਹੀਂ। ਜਿੰਨੇ ਚਿਰ ਤੱਕ ਮਨ ਦੀ ਪੂਰੀ ਇਕਾਗਰਤਾ ਨਾ ਹੋਵੇ, ਸਾਵਧਾਨੀ ਨਾ ਹੋਵੇ, ਉਹ ਕਰਮ ਮਨ ਦਾ ਹਿੱਸਾ ਨਹੀਂ ਬਣਦਾ, ਨਹੀਂ ਬਣਦਾ। ਜਦ ਸਾਰੀ ਦੁਨੀਆ ਦੇ ਵਿੱਚ ਬੜੇ ਬੜੇ ਸਤਸੰਗੀ ਇਸ ਤਰ੍ਹਾਂ ਦਾ ਪ੍ਰਸ਼ਨ ਕਰਦੇ ਨੇ, ਗਿਆਨੀ ਜੀ ਕੀ ਕਰੀਏ? ਸਾਵਧਾਨੀ, ਇਕਾਗਰਤਾ, ਇਹ ਤੇ ਬਣਦੇ ਹੀ ਨਹੀਂ। ਮੈਂ ਕਿਹਾ ਬੁਰੇ ਕਰਮ ਦੀ ਸਾਵਧਾਨੀ ਇਤਨੀ ਵਰਤ ਚੁੱਕੇ ਹਾਂ, ਗਲਤ ਕਰਮਾਂ 'ਚ ਸਾਵਧਾਨੀ ਇਤਨੀ ਵਰਤ ਚੁੱਕੇ ਹਾਂ, ਬੜੇ ਪ੍ਰਬਲ ਸੰਸਕਾਰ ਬਣ ਗਏ, ਬੜੇ ਪ੍ਰਬਲ ਸੰਸਕਾਰ ਬਣ ਗਏ।
ਤੇ ਜਿਵੇਂ ਬਹੁਤ ਵੱਡਾ ਸ਼ਿਪ ਜਹਾਜ਼ ਫੂਕਿਆਂ ਨਾਲ ਨਹੀਂ ਚੱਲੇਗਾ, ਕਹਿੰਦੇ ਨੇ ਛੋਟੇ ਸਾਧਨਾਂ ਦੇ ਨਾਲ ਵੱਡੇ ਕਰਮ ਨਹੀਂ ਆਉਂਦੇ। ਕੋਈ ਵੱਡਾ ਕੰਮ ਕਰਨਾ ਹੈ, ਉਹਦੇ ਲਈ ਸਾਧਨ ਵੱਡਾ ਜੁਟਾਉਣਾ ਪਏਗਾ। ਕਵੀ ਰਹੀਮ ਕਹਿੰਦੇ ਨੇ ਨਗਾਰਾ ਮੜਨਾ ਹੈ ਤੇ 100 ਚੂਹਿਆਂ ਦੀ ਖੱਲ ਨਾਲ ਵੀ ਨਹੀਂ ਮੜਿਆ ਜਾ ਸਕਦਾ, ਉੱਠਦੀ ਖੱਲ ਚਾਹੀਦੀ ਹੈ। ਕਵੀ ਰਹੀਮ। ਛੋਟੇ ਸਾਧਨਾਂ ਨਾਲ ਵੱਡਾ ਕੰਮ ਨਹੀਂ ਹੋ ਸਕਦਾ। ਇਹਦੇ ਉੱਤੇ ਉਹਨਾਂ ਨੇ ਤਸ਼ਬੀਹ ਦਿੱਤੀ ਹੈ ਬਈ 100 ਚੂਹਿਆਂ ਦੀ ਚਮੜੀ ਇਕੱਠੀ ਕਰੋ ਤਾਂ ਵੀ ਨਗਾਰਾ ਨਹੀਂ ਮੜਿਆ ਜਾਏਗਾ, ਇੱਕ ਉੱਠ ਕਾਫੀ ਹੈ, ਨਗਾਰਾ ਮੜਿਆ ਜਾਏਗਾ। ਅਕਸਰ ਨਗਾਰੇ ਉੱਠਦੀ ਖੱਲ ਨਾਲ ਮੜੇ ਜਾਂਦੇ ਨੇ। ਵੱਡਾ ਕੰਮ ਵੱਡੇ ਸਾਧਨਾਂ ਨਾਲ ਹੋਵੇਗਾ। ਇੱਕ 5 ਮਿੰਟ ਵਾਹਿਗੁਰੂ ਵਾਹਿਗੁਰੂ ਤੂੰ ਕਰ ਲੈ, ਜਲਦੀ ਜਲਦੀ ਘਾਹ ਜਿਵੇਂ ਕੱਟੀ ਦਾ ਜਪਜੀ ਸਾਹਿਬ ਪੜ੍ਹ ਲਿਆ ਤੇ ਫਿਰ ਜਗ੍ਹਾ ਜਗ੍ਹਾ ਕਹਿੰਦਾ ਫਿਰਦਾ ਕੀ ਕਰੀਏ, ਮਨ ਤੇ ਇਕਾਗਰ ਨਹੀਂ ਆਉਂਦਾ, ਮਨ ਤੇ ਇਕਾਗਰ ਨਹੀਂ ਆਉਂਦਾ। ਫੂਕਿਆਂ ਦੇ ਨਾਲ ਕਦੀ ਜਹਾਜ਼ ਚੱਲਦੇ ਨੇ, ਚੂਹਿਆਂ ਦੀ ਖੱਲ ਨਾਲ ਕਿਧਰੇ ਨਗਾਰੇ ਮੜੇ ਜਾਂਦੇ ਨੇ। ਜੇ ਅੰਦਰ बुराई पहाड़ वर्गी हो गई है, बड़ी प्रबल हो गई है, तो इतनी प्रबलता, इतना समा, इतनी मेहनत नाम जपण दी चाहिदी है, तां जाके किधरे खेड बनेगी। कबीर कहते की करिए, लोगों ने राम खिलौना जाना, बच्चों की खेड समझे। कोई जप की लोड़ नहीं जी, कोई तप की लोड़ नहीं, सिर्फ विचार करो। बारंग बार बार प्रभ जपीए। ये गुरु अर्जन देव जी तो भी ज्यादा सियाणे हो गए ने। बार बार जपो, बार बार जपो। 10 दफा वाहिगुरु आखो, चलो एक दफा थोड़ा जिहा मन एकाग्र होवेगा। जपी जाओ, जपी जाओ, मेहनत करी जाओ। जिस वक्त मन पूरा होया, सावधानी पूरी हुई, इक्को दफा दे वाहिगुरु ने भी अंदर क्रांति पैदा कर देनी, दुनिया बदल के रख देनी है। किनका एक जिस जी बसावे, तांखी महिमा गनी ना आवे। समाज सारे दा सारा, सारी दुनिया दा बुरा होंदा जा रहा है। ये भी मैं अर्ज करा, सिर्फ एक देश की गल नहीं है। क्यों? हर बुरे कर्म दे मन एकाग्र है और पूरा कर्म फिर आदत बन गई, सुभाव बन गया। कर्म, संस्कार, सुभाव। एक कर्म मैं अज कीता है बुरा, ਉਹਦੇ थोड़े जिहा संस्कार बने ने। उन्हां संस्कारां ने मैनू फिर प्रेरिया, मैं फिर कीता है। संस्कार जरा होर प्रबल बन गए ने। उन्हां प्रबल संस्कारां ने मैनू फिर प्रेरिया, मैं फिर कीता है। संस्कार जरा होर प्रबल बन गए ने। बार बार वो कर्म रिपीट करदे सुभाव बन जाता है। कहंदे ने कर्म बदले जा सकते ने, संस्कार बदले जा सकते ने, सुभाव नहीं बदलिया जा सकता। सुभाव नहीं बदलिया जा सकता। तुसी आखोगे सुभाव नहीं बदलिया जा सकता, ये तो एक दलील देख के मैं समाप्ति कर दें, समा मेरा हो गया। राती होवन कालियां सुप्पे दा सेवन, देहो बग्गा तप्पे घना कालियां कालेवन। चिट्टा सूरज चढ़िया, चारों पासे चिटियाई छा गई है, पर महाराज कहते कालियां चीज़ां ते कालियां ही ने, वो तो नहीं चिटियां हो गई। मसिया दी रात, काली बोली रात, चारों पासे कालक ही कालक छा गई है, पर चिटियां चीज़ां ते चिटियां ही ने। इस कालक दा उन्हां दे उत्ते कोई असर नहीं। जिहदा सुभाव संत बन गया है, करोड़ां दुष्ट उन्होंने मिलन, वो अपना संतपना नहीं छड़े।